Good morning, students. After the Tibet issue, there is the topic Chinese invasion 1962. ਚਾਈਨਾ ਦਾ ਭਾਰਤ 'ਤੇ ਹਮਲਾ 1962 ਦੇ ਵਿੱਚ Chinese attack on the India in 1962. Two developments strained this relationship. ਪਹਿਲਾਂ ਰਿਲੇਸ਼ਨਸ਼ਿਪ ਸੀ ਜਿਹੜੇ ਇੰਡੀਆ ਨਾਲ ਚਾਈਨਾ ਦੇ ਵਧੀਆ ਸੀ, ਬਟ ਕੁਛ ਕੁ ਡਿਵੈਲਪਮੈਂਟਸ ਇੱਦਾਂ ਦੀਆਂ ਹੋਈਆਂ, ਕੁਛ ਕੁ ਗੱਲਾਂ ਇੱਦਾਂ ਦੀਆਂ ਹੋਈਆਂ ਜਿਸ ਦੇ ਨਾਲ ਇਹਨਾਂ ਦੇ ਰਿਲੇਸ਼ਨਸ਼ਿਪਸ ਨੇ ਜਿਹੜੇ ਉਹ ਵਿਗੜ ਗਏ ਸੀਗੇ। ਚਾਈਨਾ ਅਨੈਕਸਡ ਤਿੱਬਤ ਇਨ 1950। ਚਾਈਨਾ 1950 ਦੇ ਵਿੱਚ ਤਿੱਬਤ ਦੇ ਉੱਪਰ ਹਮਲਾ ਕਰਕੇ ਉਸ ਨੂੰ ਆਪਣੇ ਅੰਡਰ ਕਰ ਲਿਆ, ਅਨੈਕਸ ਕਰ ਲਿਆ, ਆਪਣਾ ਅਧਿਕਾਰ ਕਰ ਲਿਆ। ਐਂਡ ਦਸ ਰਿਮੂਵਡ ਹਿਸਟੋਰੀਕਲ ਬਫਰ ਬਿਟਵੀਨ ਦ ਟੂ ਕੰਟਰੀਜ਼। ਇਸ ਦੇ ਨਾਲ ਦੋਨਾਂ ਕੰਟਰੀਜ਼ ਦੇ ਵਿੱਚ ਵਿਗਾੜ ਨੇ ਜਿਹੜੇ ਸੰਬੰਧਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਇਨੀਸ਼ੀਅਲੀ ਦ ਗਵਰਨਮੈਂਟ ਆਫ ਇੰਡੀਆ ਡਿਡ ਨਾਟ ਅਪੋਜ਼ ਦਿਸ ਓਪਨਲੀ, ਬਟ ਐਜ਼ ਮੋਰ ਇਨਫੋਰਮੇਸ਼ਨ ਕੇਮ ਇਨ ਅਬਾਊਟ ਦ ਸੁਪਰੈਸ਼ਨ ਆਫ ਤਿੱਬਤਨ ਕਲਚਰ ਦ ਇੰਡੀਅਨ ਗਵਰਨਮੈਂਟ ਗ੍ਰਿਊ ਅਨਈਜ਼ੀ। ਫਸਟਲੀ ਗਵਰਨਮੈਂਟ ਆਫ ਇੰਡੀਆ ਡਿਡ ਨਾਟ ਅਪੋਜ਼ ਦਿਸ ਓਪਨਲੀ ਕੋਈ ਅਪੋਜੀਸ਼ਨ ਨਹੀਂ ਹੋਈ, ਬਟ ਜਦੋਂ ਇਨਫੋਰਮੇਸ਼ਨ ਆਉਣੀ ਸ਼ੁਰੂ ਹੋਈ ਕਿ ਤਿੱਬਤਨ ਕਲਚਰ ਜਿਹੜਾ ਉਹਨੂੰ ਸੁਪਰੈਸ ਕੀਤਾ ਜਾ ਰਿਹਾ, ਦਬਾਇਆ ਜਾ ਰਿਹਾ ਹੈਗਾ, ਦੈਨ ਇੰਡੀਅਨ ਗਵਰਨਮੈਂਟ ਗ੍ਰਿਊ ਅਨਈਜ਼ੀ। The Indian government got angry. The Tibetan spiritual leader, the Dalai Lama, sought and obtained political asylum in India and in 1959 ਤਾਂ ਜਿਹੜਾ ਤਿੱਬਤ ਦਾ ਸਪਿਰਿਚੁਅਲ ਲੀਡਰ ਦਲਾਈ ਲਾਮਾ ਸੀ ਉਸ ਨੇ ਇੰਡੀਆ ਦੇ ਵਿੱਚ 1959 ਦੇ ਵਿੱਚ ਪੋਲੀਟੀਕਲ ਤੌਰ 'ਤੇ ਐਸਿਲਮ ਹੁੰਦਾ ਸ਼ਰਨ ਲੈਣਾ, ਇੱਥੇ ਆਪਣਾ ਲਿਵਿੰਗ ਹੈ ਜਿਹੜੀ ਉਹ ਕਰ ਲਈ ਸੀਗੀ ਇੰਡੀਆ ਦੇ ਵਿੱਚ ਕਿ ਮੈਨੂੰ ਇੱਥੇ ਰਹਿਣ ਦਿੱਤਾ ਜਾਵੇ, ਤਾਂ ਸ਼ਰਨ ਲਈ ਸੀ ਉਸਨੇ। China alleged that government of India was allowing anti-China activities to take place from within। ਤਾਂ ਇੰਡੀਆ ਅਤੇ ਚਾਈਨਾ ਦੇ ਵਿੱਚ ਇੱਕ ਪੰਚਸ਼ੀਲ ਸਮਝੌਤਾ ਹੋਇਆ ਸੀ, ਪੰਚਸ਼ੀਲ ਐਗਰੀਮੈਂਟ ਸਾਈਨ ਹੋਇਆ ਸੀ। ਤਾਂ ਇੰਡੀਆ ਵਾਲਿਆਂ ਨੂੰ ਚਾਈਨਾ ਵਾਲੇ ਕਹਿੰਦੇ ਵੀ ਤੁਸੀਂ ਇਹ ਐਂਟੀ ਕਰ ਰਹੇ ਹੋਗੇ। ਤਾਂ ਉਸ ਪੰਚਸ਼ੀਲ ਸਮਝੌਤੇ ਦੇ ਵਿੱਚ ਹੋਇਆ ਸੀਗਾ ਕਿ ਕਿਸੇ ਦੇ ਵੀ ਇੰਟਰਨਲ ਅਫੇਅਰਸ ਦੇ ਵਿੱਚ ਕੋਈ ਇੰਟਰਫੇਅਰੈਂਸ ਨਹੀਂ ਕੀਤਾ ਜਾਊਗਾ। ਤਾਂ ਦੈਨ ਕਹਿੰਦੇ ਇੱਥੇ ਤੁਸੀਂ ਚਾਈਨਾ ਵਾਲੇ ਕਹਿੰਦੇ ਇੰਡੀਆ ਨੂੰ ਕਿ ਤੁਸੀਂ ਇੰਟਰਫੇਅਰ ਕਰ ਰਹੇ ਹੋਗੇ, ਜੋ ਚਾਈਨਾ ਦਾ ਦੇ ਓਪੋਜ਼ਿਟ ਲੀਡਰ ਦਲਾਈ ਲਾਮਾ ਤੁਸੀਂ ਉਸ ਨੂੰ ਸ਼ਰਨ ਦੇ ਰਹੇ ਹੋ, ਕਿਉਂਕਿ ਹੁਣ ਤਿੱਬਤ ਹੈ ਜਿਹੜਾ ਉਹ ਚਾਈਨਾ ਦੇ ਅੰਡਰ ਆ ਗਿਆ, ਤਾਂ ਦਲਾਈ ਲਾਮਾ ਵੀ ਉਹਨਾਂ ਦੇ ਅੰਡਰ ਹੈ, ਵੀ ਤੁਸੀਂ ਸਾਡੇ ਪਰਸਨ ਨੂੰ ਸਾਡੇ ਖਿਲਾਫ ਹੀ ਸ਼ਰਨ ਦੇ ਰਹੇ ਹੋਗੇ। A little earlier, a boundary dispute had surfaced between India and China। ਇੱਕ ਤਾਂ ਸੀ ਦਲਾਈ ਲਾਮਾ ਦਾ ਡਿਸਪਿਊਟ, ਇਹਦਾ ਕਾਰਨ ਮੰਨਿਆ ਉਹਨਾਂ ਨੇ ਕਿ ਦਲਾਈ ਲਾਮਾ ਨੂੰ ਸ਼ਰਨ ਦਿੱਤੀ ਆ। ਸੈਕਿੰਡ ਇੱਕ ਬਾਊਂਡਰੀ ਡਿਸਪਿਊਟ ਸੀਗਾ। ਇੰਡੀਆ ਕਲੇਮਡ ਦੈਟ ਦ ਬਾਊਂਡਰੀ ਵਾਜ਼ ਅ ਮੈਟਰ ਸੈਟਲਡ ਇਨ ਦ ਕਲੋਨੀਅਲ ਟਾਈਮ। ਇੰਡੀਆ ਕਹਿੰਦੀ ਸੀ ਵੀ ਜਿਹੜੇ ਬਾਊਂਡਰੀ ਸੈੱਟ ਕੀਤੀਆਂ ਗਈਆਂ ਨੇ ਉਹ ਕਲੋਨੀਅਲ ਟਾਈਮ 'ਤੇ ਮਤਲਬ ਅੰਗਰੇਜ਼ਾਂ ਦੇ ਦੁਆਰਾ ਹੀ ਸੈੱਟ ਕੀਤੀਆਂ ਗਈਆਂ ਸੀ, ਬ੍ਰਿਟਿਸ਼ ਲੋਕਾਂ ਦੇ ਦੁਆਰਾ, ਵੀ ਇਹਦੇ ਵਿੱਚ ਅਸੀਂ ਕੋਈ ਬਾਤ ਘਾਟ ਨਹੀਂ ਕਰ ਸਕਦੇ। ਬਟ ਚਾਈਨਾ ਸੈਟ ਦੈਟ ਐਨੀ ਕਲੋਨੀਅਲ ਡਿਸੀਜਨ ਡਿਡ ਨਾਟ ਅਪਲਾਈ। ਕਹਿੰਦਾ ਕੋਈ ਵੀ ਕਲੋਨੀਅਲ ਡਿਸੀਜਨ ਨਹੀਂ ਅਪਲਾਈ ਹੁੰਦਾ ਜਿੰਨਾ ਸਾਡਾ ਏਰੀਆਸ ਅਸੀਂ ਦੱਸਾਂਗੇ। ਦ ਮੇਨ ਡਿਸਪਿਊਟ ਵਾਜ਼ ਅਬਾਊਟ ਦ ਵੈਸਟਰਨ ਐਂਡ ਦ ਈਸਟਰਨ ਐਂਡ ਆਫ ਦ ਲੌਂਗ ਬਾਰਡਰ, ਕਿ ਜਿਹੜਾ ਬਾਰਡਰ ਹੈਗਾ ਉਸ ਤੋਂ ਵੈਸਟਰਨ ਸਾਈਡ ਤੋਂ ਕਿੱਥੇ ਐਂਡ ਹੋ ਰਿਹਾ ਚਾਈਨਾ ਦਾ, ਅਤੇ ਈਸਟਰਨ ਸਾਈਡ ਤੋਂ ਕਿੱਥੇ ਐਂਡ ਹੋ ਰਿਹਾ ਹੈਗਾ। ਚਾਈਨਾ ਕਲੇਮ 2 ਏਰੀਆਜ਼ ਵਿਦਿਨ ਦ ਇੰਡੀਅਨ ਟੈਰੀਟਰੀ, ਅਕਸਾਈ ਚਾਈਨਾ ਏਰੀਆ ਇਨ ਲਦਾਖ ਰੀਜਨ ਆਫ ਦ ਜੰਮੂ ਐਂਡ ਕਸ਼ਮੀਰ। ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਲਦਾਖ ਦਾ ਰੀਜਨ ਹੈ ਉਸ ਨੂੰ ਵੀ ਅਕਸਾਈ ਚਾਈਨਾ ਦੇ ਨਾਮ 'ਤੇ ਆਪਣੇ ਵਿੱਚ ਇਨਵੋਲਵ ਕਰਾਉਣਾ ਚਾਹੁੰਦੇ ਸੀਗੇ, ਵੀ ਜਿਹੜਾ ਵੀ ਜੰਮੂ ਕਸ਼ਮੀਰ ਵਾਲਾ ਲਦਾਖ ਦਾ ਏਰੀਆ ਉਹ ਕਹਿੰਦੇ ਸਾਡੇ ਚੀਨ ਦੇ ਅੰਡਰ ਆਉਂਦਾ, ਜਿਹਨੂੰ ਅਸੀਂ ਅਕਸਾਈ ਚੀਨ ਕਹਿੰਦੇ ਆਂਗੇ। ਐਂਡ ਮਚ ਆਫ ਦ ਸਟੇਟ ਆਫ ਦ ਅਰੁਣਾਚਲ ਪ੍ਰਦੇਸ਼ ਇਨ ਵਟ ਵਾਜ਼ ਦੈਨ ਕਾਲਡ NEFA, ਨਾਰਥ ਈਸਟਰਨ ਫਰੰਟੀਅਰ ਏਜੰਸੀ। ਕਹਿੰਦੇ ਵੀ ਇਹ ਵੀ ਸਾਡੇ ਅੰਡਰ ਆਉਂਦੀ ਹੈ ਅਰੁਣਾਚਲ ਪ੍ਰਦੇਸ਼ ਵਾਲੀ ਸਾਈਡ ਤੋਂ। Between 1957 and 1959, the Chinese occupied the Aksai China area and built a strategic road there। ਅਕਸਾਈ ਚਾਈਨਾ ਵਾਲਾ ਜਿਹੜਾ ਏਰੀਆ ਸੀ ਉਹ ਚਾਈਨੀਜ਼ ਨੇ ਆਪਣੇ ਅੰਡਰ ਕਰ ਲਿਆ ਔਰ ਉੱਥੇ ਇੱਕ ਰੋਡ ਬਣਾਤਾ ਜਿਹੜਾ ਕਿ ਡਿਸਪਿਊਟ ਦਾ ਕਾਰਨ ਬਣਨਾ ਹੀ ਸੀਗਾ। Despite a very long correspondence and discussion among top leaders, these differences could not be resolved। Several small borders skirmishes between the armies of the two countries took place। ਤਾਂ ਬਹੁਤ ਸਾਰੇ ਲੀਡਰਸ ਨੇ ਜਿਹੜੇ ਫੇਮਸ ਲੀਡਰ ਸੀਗੇ, ਜਿਹੜੇ ਟੌਪ ਦੇ ਲੀਡਰ ਸੀਗੇ, ਉਹਨਾਂ ਨੇ ਮੈਟਰ ਨੂੰ ਸੋਲਵ ਕਰਨ ਦਾ ਟਰਾਈ ਕੀਤਾ, ਬਟ ਕੋਈ ਸੋਲਿਊਸ਼ਨ ਨਾ ਮਿਲਿਆ। ਤਾਂ ਇੱਕ ਦਲਾਈ ਲਾਮਾ ਦਾ ਰੀਜ਼ਨ ਹੋ ਗਿਆ, ਸੈਕਿੰਡ ਇਹ ਬਾਊਂਡਰੀ ਵਾਲਾ ਜਿਹੜਾ ਡਿਸਪਿਊਟ ਸੀ ਇਹ ਆ ਗਿਆ। ਦੈਨ ਕਿਊਬਨ ਮਿਸਾਈਲ ਕ੍ਰਾਈਸਿਸ। While the entire world's attention was on this crisis involving the two superpowers, China launched a swift and massive invasion in October 1962
on both the disputed regions। ਵਰਲਡ ਦੇ ਵਿੱਚ 1962 ਦੇ ਵਿੱਚ ਕਿਊਬਨ ਮਿਸਾਈਲ ਕ੍ਰਾਈਸਿਸ ਚੱਲ ਰਿਹਾ ਸੀਗਾ, ਕਿਊਬਨ ਮਿਸਾਈਲ ਸੰਕਟ ਚੱਲ ਰਿਹਾ ਸੀ। ਤਾਂ ਵਰਲਡ ਦੇ ਵਿੱਚ ਦੋ ਸੁਪਰ ਪਾਵਰ ਸੀਗੀਆਂ, USA ਐਂਡ USSR। ਸਾਰਾ ਵਰਲਡ ਦੀ ਅਟੈਂਸ਼ਨ ਤਾਂ ਇੱਥੇ ਬਣੀ ਹੋਈ ਸੀ ਇਸ ਸੰਕਟ ਦੇ ਉੱਪਰ। ਬਟ ਚਾਈਨਾ ਲਾਂਚਡ ਅ ਸਵਿਫਟ ਐਂਡ ਮੈਸਿਵ ਇਨਵੇਸ਼ਨ ਇਨ ਅਕਤੂਬਰ 1962 ਔਨ ਬੋਥ ਦ ਡਿਸਪਿਊਟਡ ਰੀਜਨਸ। ਤਾਂ ਚਾਈਨਾ ਨੇ ਆਪਣਾ ਇਨਵੇਸ਼ਨ ਕਰਨਾ ਸ਼ੁਰੂ ਕਰਤਾ ਡਿਸਪਿਊਟਡ ਰੀਜਨ ਦੇ ਉੱਪਰ। The first attack lasted 1 week and Chinese forces captured some key areas in the Arunachal Pradesh। ਫਸਟ ਜਿਹੜਾ ਇਨਵੇਸ਼ਨ ਸੀ, ਹਮਲਾ ਸੀਗਾ 1962 ਦੇ ਵਿੱਚ। ਦੈਨ ਫਸਟ ਅਟੈਕ ਦੇ ਵਿੱਚ ਉਹਨਾਂ ਨੇ 1 ਵੀਕ ਦੇ ਵਿੱਚ ਚੱਲਦਾ ਰਿਹਾ ਸੀਗਾ ਫਸਟ ਅਟੈਕ ਸੀ ਜਿਹੜਾ, ਔਰ ਇਸ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਕੁਛ ਏਰੀਆਜ਼ 'ਤੇ ਕੰਟਰੋਲ ਕਰ ਲਿਆ ਸੀ। ਸੈਕਿੰਡ ਵੇਵ ਆਫ ਅਟੈਕ ਕੇਮ ਨੈਕਸਟ ਦਾ ਮੰਥ, ਫਿਰ ਉਹ ਮੰਥ ਤੱਕ ਚੱਲਦੀ ਰਹੀ। ਵਾਈਲ ਦ ਇੰਡੀਅਨ ਫੋਰਸਿਸ ਕੁਡ ਬਲੌਕ ਦ ਚਾਈਨੀਜ਼ ਐਡਵਾਂਸਿਸ ਔਨ ਦ ਵੈਸਟਰਨ ਫਰੰਟ ਇਨ ਦ ਲਦਾਖ। ਇਨ ਦ ਈਸਟ ਦ ਚਾਈਨੀਜ਼ ਮੈਨੇਜਡ ਟੂ ਐਡਵਾਂਸ ਨੀਅਰਲੀ ਦ ਐਂਟਰੀ ਪੁਆਇੰਟ ਆਫ ਦ ਅਸਾਮ ਪਲੇਨ। Finally, China declared a unilateral ceasefire and its troops withdrew to where they were before the invasion began। ਤਾਂ ਕਿ ਕਿਵੇਂ ਨਾ ਕਿਵੇਂ ਕਰਕੇ ਇੰਡੀਆ ਵਾਲਿਆਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਦੀਆਂ ਫੋਰਸਿਸ ਨੂੰ, ਬਟ ਉਹ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਸਫਲ ਰਹੇ। The China war dented India's image at home and abroad। ਤਾਂ ਚਾਈਨਾ ਦੇ ਇਸ ਵਾਰ ਨੇ ਇੰਡੀਆ ਦੀ ਇਮੇਜ ਨੂੰ ਬਹੁਤ ਇੱਥੇ ਮਤਲਬ ਖਰਾਬ ਕਰਨ ਵਾਲਾ ਕੰਮ ਕੀਤਾ ਸੀ, ਇਮੇਜ ਆ ਜਿਹੜੀ ਉਹ ਡਾਊਨ ਕਰਨ ਵਾਲਾ। ਇੰਡੀਆ ਹੈਡ ਟੂ ਅਪਰੋਚ ਦ ਅਮਰੀਕਨਸ ਐਂਡ ਦ ਬ੍ਰਿਟਿਸ਼ ਫॉर ਮਿਲਟਰੀ ਅਸਿਸਟੈਂਸ ਟੂ ਟਾਈਡ ਓਵਰ ਦ ਕ੍ਰਾਈਸਿਸ। ਇੰਨੇ ਜ਼ਿਆਦਾ ਹਾਲਾਤ ਖਰਾਬ ਹੋ ਗਏ ਸੀ ਕਿ ਇੰਡੀਆ ਵਾਲਿਆਂ ਨੂੰ ਅਮੈਰੀਕਨਸ ਅਤੇ ਬ੍ਰਿਟਿਸ਼ ਤੋਂ ਆਪਣੇ ਲਈ ਮਿਲਟਰੀ ਅਸਿਸਟੈਂਸ ਹੈ ਜਿਹੜੀ ਉਹ ਲੈਣੀ ਪਈ ਸੀ, ਕਿਉਂਕਿ ਚਾਈਨਾ ਜਿਹੜਾ ਉਹ ਬਹੁਤ ਜ਼ਿਆਦਾ ਸਟਰੋਂਗ, ਬਹੁਤ ਜ਼ਿਆਦਾ ਸਕਸੈਸਫੁਲ ਅਤੇ ਸਟਰੋਂਗ ਕੰਟਰੀ ਹੈਗਾ। ਅੱਜ ਵੀ ਉਹ ਬਹੁਤ ਜ਼ਿਆਦਾ ਸਟਰੋਂਗ ਹੈ ਇੰਡੀਆ ਦੇ ਕੰਪੈਰੇਟਿਵ। Soviet Union remained neutral during the conflict। It induced a sense of the national humiliation and at the same time strengthened upon spirit of the nationalism। Some of the top army commanders either resigned or were retired। ਤਾਂ ਇਸ ਦੇ ਨਾਲ ਪਹਿਲਾਂ ਜੋ ਜਵਾਹਰ ਲਾਲ ਨਹਿਰੂ ਨੇ ਚਾਈਨਾ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਸੀਗਾ, ਦੈਨ ਉਸ ਟਾਈਮ ਪਟੇਲ ਜੀ ਨੇ ਕਿਹਾ ਸੀਗਾ ਕਿ ਚਾਈਨਾ ਵਾਲੇ ਕਦੇ ਨਾ ਕਦੇ ਇੰਡੀਆ 'ਤੇ ਅਟੈਕ ਕਰਨਗੇ, ਬਟ ਨਹਿਰੂ ਜੀ ਨੇ ਇਹ ਬਿਲੀਵ ਨਹੀਂ ਕੀਤਾ। ਤਾਂ ਹੁਣ ਉਸ ਦਾ ਜਿਹੜਾ ਰਿਜ਼ਲਟ ਸੀ ਹੁਣ ਆ ਰਿਹਾ ਸੀਗਾ ਕਿ ਚਾਈਨਾ ਵਾਲੇ ਨੇ ਜਿਹੜੇ ਉਹ ਇੰਡੀਆ ਵਾਲਿਆਂ 'ਤੇ ਆਪਣਾ ਕੰਟਰੋਲ ਕਰਨਾ ਚਾਹੁੰਦੇ ਸੀ ਹਮਲਾ ਕਰਕੇ। ਤਾਂ ਇਸ ਦੇ ਨਾਲ ਇਮੇਜ ਜਿਹੜੀ ਇੱਕ ਤਰ੍ਹਾਂ ਨਾਲ ਖਰਾਬ ਹੋ ਰਹੀ ਸੀਗੀ। ਨਹਿਰੂਜ਼ ਕਲੋਜ਼ ਐਸੋਸੀਏਟ ਐਂਡ ਦੈਨ ਦ ਡਿਫੈਂਸ ਮਿਨਿਸਟਰ ਵੀ ਕ੍ਰਿਸ਼ਨਾ ਮੈਨਨ had to leave the cabinet। Nehru's own stature suffered as he was severely criticized for his naive assessment of the China's intentions and lack of the military preparedness। ਤਾਂ ਇੱਥੇ ਨਹਿਰੂ ਜੀ ਦੀ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਸੀਗਾ, ਬਹੁਤ ਜਣੇ ਸੀ ਜਿਹੜੇ ਛੱਡ ਕੇ ਜਾ ਰਹੇ ਸੀ ਪਾਰਟੀ ਨੂੰ। ਨਹਿਰੂ ਦਾ ਕ੍ਰਿਟਿਸਿਜ਼ਮ ਕਿਉਂ ਹੋ ਰਿਹਾ ਸੀਗਾ? ਕਿਉਂਕਿ ਉਹਨਾਂ ਨੇ ਚਾਈਨਾ ਵਾਲਿਆਂ 'ਤੇ ਵਿਸ਼ਵਾਸ ਕੀਤਾ ਔਰ ਉਹਨਾਂ ਦੀ ਲੈਕ ਆਫ ਮਿਲਟਰੀ ਪ੍ਰੀਪੇਅਰਡਨੈਸ, ਉਹਨਾਂ ਨੇ ਕੋਈ ਆਪਣੀ ਮਿਲਟਰੀ ਜਿਹੜੀ ਉਹ ਪ੍ਰੀਪੇਅਰ ਨਹੀਂ ਕੀਤੀ, ਇੱਥੇ ਕਮੀ ਰੱਖੀ। ਫॉर द फर्स्ट टाइम अ नो कॉन्फिडेंस मोशन अगेंस्ट दिस हिज गवर्नमेंट was moved and debated in the Lok Sabha। Soon thereafter the Congress lost some key by-elections to Lok Sabha। The political mood of the country had begun to change। ਫਸਟ ਟਾਈਮ ਹੋਇਆ ਸੀ ਕਿ ਗਵਰਨਮੈਂਟ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਹੈ ਜਿਹੜਾ ਉਹ ਪਾਸ ਹੋ ਰਿਹਾ ਸੀਗਾ, ਅਤੇ ਸਰਕਾਰ ਹੈ ਜਿਹੜੀ ਕਾਂਗਰਸ ਦੀ ਗਵਰਨਮੈਂਟ ਸੀ ਜਿਹੜੀ ਉਸ ਨੇ ਲੋਕ ਸਭਾ ਦੇ ਵਿੱਚ ਆਪਣਾ ਨਾਮ ਵਿਸ਼ਵਾਸ ਹੈ ਜਿਹੜਾ ਉਹ ਖਤਮ ਹੋ ਗਿਆ ਸੀਗਾ। ਹੁਣ ਸਾਰਾ ਸਿਸਟਮ ਹੈ ਜਿਹੜਾ ਉਹ ਚੇਂਜ ਹੋ ਰਿਹਾ ਸੀਗਾ। ਦੈਨ ਫਿਰ ਸਿਨੋ ਇੰਡੀਅਨ ਕੌਨਫਲਿਕਟ ਵੀ ਆ ਗਿਆ ਸੀਗਾ। ਦ ਸਿਨੋ ਇੰਡੀਅਨ ਕੌਨਫਲਿਕਟ ਅਫੈਕਟਡ ਦ ਓਪੋਜੀਸ਼ਨ ਐਜ਼ ਵੈਲ। ਤਾਂ ਜਿਹੜਾ ਇਹ ਇੰਡੀਆ ਅਤੇ ਚਾਈਨਾ ਦੇ ਕੌਨਫਲਿਕਟ ਸੀ, ਇਸ ਨੇ ਸਾਰੀ ਓਪੋਜੀਸ਼ਨ ਹੈ ਜਿਹੜੀ ਉਸ ਨੂੰ ਬਹੁਤ ਅਫੈਕਟ ਕੀਤਾ ਸੀਗਾ। ਕਾਂਗਰਸ ਪਾਰਟੀ ਦੇ ਦੋ, ਇੱਕ ਸੀ CPI, ਇੱਕ CPIM। ਵੀ ਹੈਵ ਆਲਰੇਡੀ ਸਟੱਡੀਡ ਅਬਾਊਟ ਇਟ। CPI ਪਾਰਟੀ ਸੀ ਜਿਹੜੀ ਉਹ ਤਾਂ ਇੰਡੀਆ ਦੀ ਸੀਗੀ, ਇੰਡੀਆ ਨੂੰ ਫੇਵਰ ਕਰਦੀ ਸੀਗੀ, ਬਟ ਜਿਹੜੀ CPIM ਸੀ ਉਹ ਚਾਈਨਾ ਨੂੰ ਫੇਵਰ ਕਰਦੀ ਸੀਗੀ। ਕਿ ਹੁਣ ਇੱਥੇ ਇੰਡੀਆ ਵਾਲੇ ਚਾਹੁੰਦੇ ਨਹੀਂ ਸੀਗੇ ਵੀ ਉਹ ਉਹਨਾਂ ਨੂੰ ਫੇਵਰ ਕਰਨ। ਦ ਪਾਰਟੀ ਸਪਲਿਟ ਇਨ 1964। ਇਹ 1964 ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਐਂਡ ਲੀਡਰਸ ਆਫ ਦ ਲੈਟਰ ਫੈਕਸ਼ਨ ਫਾਰਮਡ ਦ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ CPIM, ਜਿਹੜੀ ਕਿ ਚਾਈਨਾ ਨੂੰ ਫੇਵਰ ਕਰਦੀ ਸੀ, ਚਾਈਨਾ ਦੇ ਨਾਲ ਰਿਲੇਟਡ ਸੀਗੀ। ਇਨ ਦ ਵੇਕ ਆਫ ਦ ਚਾਈਨਾ ਵਾਰ
ਮੈਨੀ ਲੀਡਰਸ ਆਫ ਵਟ ਬਿਕੇਮ CPI ਵਰ ਅਰੈਸਟਡ ਫॉर ਬੀਇੰਗ ਪ੍ਰੋ ਚਾਈਨਾ। ਤਾਂ ਬਹੁਤ ਸਾਰੇ ਲੀਡਰਸ ਨੂੰ ਅਰੈਸਟ ਕੀਤਾ ਗਿਆ ਕਿ ਚਾਈਨਾ ਨੂੰ ਕਿਉਂ ਤੁਸੀਂ ਫੇਵਰ ਕਰ ਰਹੇ ਹੋਗੇ। ਦ ਵਾਰ ਵਿਦ ਚਾਈਨਾ ਅਲਰਟਡ ਦ ਇੰਡੀਅਨ ਲੀਡਰਸ਼ਿਪ ਟੂ ਦ volatile situation in the northeast region. Apart from being isolated or extremely underdeveloped, this region also presented India with the challenge of the national integration and political unity. The process of its reorganization began soon after the China War. Nagaland was granted statehood. Manipur and Tripura, though union territories, were given the right to elect their own legislative assembly. ਕਾਫੀ ਚੇਂਜ ਜਿਹੜਾ ਫਿਰ ਹੋਇਆ ਸੀਗਾ। ਇਸ ਦੇ ਨਾਲ ਇੰਡੀਆ ਨੂੰ ਚੈਲੰਜ ਨੇ ਜਿਹੜੇ ਬਹੁਤ ਜ਼ਿਆਦਾ ਨੈਸ਼ਨਲ ਇੰਟੈਗਰੇਸ਼ਨ ਅਤੇ ਪੋਲੀਟੀਕਲ ਯੂਨਿਟੀ ਵਾਲੇ ਫੇਸ ਕਰਨੇ ਪਏ ਸੀ। ਤਾਂ ਕੁਝ ਏਰੀਆਜ਼ ਨੂੰ ਇਹਨਾਂ ਨੇ ਆਪਣੀਆਂ ਨੈਸ਼ਨਲ ਲੈਜਿਸਲੇਟਿਵ ਅਸੈਂਬਲੀਜ਼ ਨੇ ਜਿਹੜੀਆਂ ਉਹ ਬਣਾਉਣ ਦੇ ਲਈ ਅਲੱਗ ਤੋਂ ਯੂਨੀਅਨ ਟੈਰੀਟਰੀਜ਼ ਬਣਾ ਦਿੱਤਾ ਗਿਆ ਸੀਗਾ। ਇਹ ਸੀ ਰਿਜ਼ਲਟ ਚਾਈਨੀਜ਼ ਇਨਵੇਸ਼ਨ ਦੇ 1962 ਦੇ ਵਿੱਚ ਕਿ ਉਸਨੇ ਕਿਵੇਂ ਹਮਲਾ ਕੀਤਾ, ਉਹਦੇ ਕਾਰਨ ਕੀ ਸੀਗੇ, ਚਾਈਨਾ ਦੇ ਉੱਪਰ ਵਿਸ਼ਵਾਸ ਕਰਕੇ ਕਿਸ ਤਰੀਕੇ ਦੇ ਨਾਲ ਜਵਾਹਰ ਲਾਲ ਨਹਿਰੂ ਜੀ ਨੇ ਬਹੁਤ ਵੱਡੀ ਗਲਤੀ ਕੀਤੀ ਸੀ।